ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਮਸੀਹ ਵਿਸ਼ਵਾਸ ਦੀ ਬੁਨਿਆਦੀ ਗੱਲਾਂ ਦੇ ਅਧੀਨ ਹੁਣ ਤੱਕ ਕਈ ਵਿਸ਼ਿਆਂ ਦਾ ਅਧਿਐਨ ਕੀਤਾ ਹੈ, ਜਿਵੇਂ ਕਿ ਮੁਕਤੀ ਬਾਰੇ, ਪਰਮੇਸ਼ਵਰ ਦੀ ਦਇਆ ਬਾਰੇ, ਸਦੀਪਕ ਜੀਵਨ ਬਾਰੇ ਅਤੇ ਬਪਤਿਸਮਾ ਬਾਰੇ। ਇਹ ਸਾਰੇ ਵਿਸ਼ੇ ਕਿਸੇ ਵੀ ਮਸੀਹੀ ਵਿਅਕਤੀ ਦੇ ਲਈ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਹ ਸਾਨੂੰ ਧਾਰਮਿਕਤਾ ਦੇ ਰਸਤੇ ਵਿੱਚ ਚੱਲਣ ਵਿੱਚ ਸਾਡੀ ਮਦਦ ਕਰਦੇ ਹਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਪਤਿਸਮੇ ਦੀ ਸਿੱਖਿਆ ਨੂੰ ਹੋਰ ਅੱਗੇ ਵਧਾਉਂਦੇ ਹੋਏ ਖੁਸ਼ਖਬਰੀ ਦੇ ਪ੍ਰਚਾਰ ਉੱਤੇ ਗੌਰ ਕਰਾਂਗੇ। ਦੋਸਤੋ, ਪਰਮੇਸ਼ਵਰ ਦੇ ਵਚਨ ਨੂੰ ਸਿੱਖਣ ਦੇ ਲਈ ਤੁਹਾਡੀ ਦਿਲਚਸਪੀ ਨੂੰ ਵੇਖ ਕੇ ਸੱਚਮੁੱਚ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਇਸ ਕਰਕੇ ਬਿਨਾਂ ਦੇਰ ਕੀਤੇ ਆਓ ਆਪਣੇ ਅੱਜ ਦੇ ਅਧਿਐਨ ਦੇ ਵਿੱਚ ਅੱਗੇ ਵਧਦੇ ਹਾਂ ਤੇ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लैके ही जाना, तैथों बख्शिश लैके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथी अज लिख एह अमर कहानी, एह अमर कहानी, एह अमर कहानी। ओ रब्बा मेरे मेहर करी, तेरे बिन मेरा मुल नहीं आना। ओ रब्बा मेरे मेहर करी, तेरे दर ते खड़ा मैं दीवाना। असी तेरे हो गए हाँ, हुण किदे हो सकांगे। असी तेरे हो गए हाँ, हुण किदे हो सकांगे। तेरे बिन तां हासा दूर असी रो भी ना सकांगे, असी रो भी ना सकांगे, असी रो भी ना सकांगे। ओ रब्बा मेरे मेहर करी, असी घर तेरे नाल ही बसौना। ओ रब्बा मेरे मेहर करी, तेरे दर ते खड़ा मैं दीवाना।
ਮੇਰੀ ਨਜ਼ਰਾਂ 'ਚ ਤੂੰ ਏ, ਮੇਰੀ ਗਜ਼ਲਾਂ 'ਚ ਤੂੰ ਏ, ਮੇਰੀ ਨਜ਼ਰਾਂ 'ਚ ਤੂੰ ਏ, ਮੇਰੀ ਗਜ਼ਲਾਂ 'ਚ ਤੂੰ ਏ, ਕਿੱਥੇ ਲੁਕਣ ਮੈਂ ਜਾਵਾਂ। ਉਹਨਾਂ ਨਾਲ ਸਵਾਲ ਜਵਾਬ ਕਰਨਾ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ, ਉਹਨਾਂ ਦੀ ਸਮਝ ਵਿੱਚ ਅਤੇ ਜਿੱਥੇ ਉਹ ਇਸ ਦੀ ਪੇਸ਼ ਕਰਨ ਵਿੱਚ ਹੋਣ ਉਸ ਵਿੱਚ ਸ਼ਾਮਲ ਹੋਣਾ ਹੀ ਹੁੰਦਾ ਹੈ। ਇਹ ਠੀਕ ਉਹੀ ਹੈ ਜੋ ਫਿਲਿਪਸ ਨੇ ਕੀਤਾ ਸੀ ਅਤੇ ਉਸ ਨੇ ਇਹ ਤਬਦੀਲੀ ਯਸ਼ਾਇਆ ਤੋਂ ਯਿਸੂ ਵੱਲ ਕੀਤੀ ਸੀ। ਹੁਣ ਇਹਨਾਂ ਯਹੂਦੀਆਂ ਲਈ ਪੁਰਾਣੇ ਨੇਮ ਦੇ ਇਸ ਭਾਗ ਵਿੱਚ ਇੱਕ ਅਸਲ ਸਮੱਸਿਆ ਸੀ। ਮੇਰੇ ਕੁਝ ਯਹੂਦੀ ਦੋਸਤ ਹਨ ਜੋ ਮੈਨੂੰ ਦੱਸਦੇ ਹਨ ਕਿ ਧਰਮ ਗ੍ਰੰਥ ਦੇ ਇਸ ਖਾਸ ਭਾਗ ਨੂੰ ਪੜ੍ਹਨ ਤੋਂ ਹਟਾ ਦਿੱਤਾ ਗਿਆ ਹੈ। ਯਹੂਦੀਆਂ ਦੇ ਕਿਸੇ ਵੀ ਧਾਰਮਿਕ ਅਸਥਾਨ ਵਿੱਚ ਪੜ੍ਹਿਆ ਜਾਣ ਵਾਲੀਆਂ ਬਾਣੀਆਂ ਦੀ ਸਾਰੀਆਂ ਸੂਚੀਆਂ ਵਿੱਚੋਂ ਕਿਸੇ ਇੱਕ ਵਿੱਚ ਵੀ ਇਹ ਮੌਜੂਦ ਨਹੀਂ ਹੈ। ਇਹਦੇ ਹਟਾਏ ਜਾਣ ਦਾ ਕਾਰਨ ਇਹ ਹੈ ਕਿ ਉਹ ਜਾਣਦੇ ਹਨ ਇਹੋ ਹੀ ਉਹ ਬਾਈਬਲ ਬਾਣੀ ਦਾ ਭਾਗ ਹੈ ਜਿਸ ਦੀ ਵਰਤੋਂ ਮਸੀਹ ਲੋਕ ਯਹੂਦੀਆਂ ਅੱਗੇ ਖੁਸ਼ਖਬਰੀ ਪੇਸ਼ ਕਰਦਿਆਂ ਕਰਦੇ ਹਨ। ਮਸੀਹ ਦੇ ਯਹੂਦੀ ਅੱਗੇ ਪੇਸ਼ ਕਰਨ ਨੂੰ ਅਤੇ ਇਸੇ ਕਰਕੇ ਉਹਨਾਂ ਦੀਆਂ ਹੈਕਲ ਵਿੱਚ ਪੜ੍ਹੀਆਂ ਜਾਣ ਵਾਲੀਆਂ ਵਰਤਮਾਨ ਵਚਨਾਂ ਦੀਆਂ ਸੂਚੀਆਂ ਵਿੱਚੋਂ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਅਤੇ ਉਹ ਸਮੱਸਿਆ ਜੋ ਯਹੂਦੀ ਮਸੀਹ ਨਾਲ ਰੱਖਦੇ ਹਨ ਉਹ ਇਹ ਹੈ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਮਸੀਹਾ ਆਪਣੇ ਰਾਜ ਦੀ ਸਥਾਪਨਾ ਕਰਨ ਨੂੰ ਆ ਰਿਹਾ ਹੈ। ਪਰ ਜਦੋਂ ਉਹ ਯਸ਼ਾਇਆ ਨਬੀ ਦੀ ਪੁਸਤਕ ਵਿੱਚ ਆਉਂਦੇ ਹਨ ਤਦ ਉਹਨਾਂ ਨੇ ਵੇਖਿਆ ਕਿ ਮਸੀਹਾ ਅਤੇ ਕਸ਼ਟ ਝੱਲਣ ਵਾਲਾ ਦਾਸ ਦੋਵੇਂ ਇੱਕੋ ਹੀ ਵਿਅਕਤੀ ਸਨ ਅਤੇ ਉਹਨਾਂ ਨੇ ਨਹੀਂ ਸੀ ਜਾਣਿਆ ਕਿ ਇਸ ਨਾਲ ਕਿਵੇਂ ਨਿਪਟਿਆ ਜਾਵੇ। ਇਸ ਕਰਕੇ ਉਹਨਾਂ ਵਿੱਚੋਂ ਅਸਲ ਵਿੱਚ ਕਈਆਂ ਨੇ ਸੋਚਿਆ ਸੀ ਕਿ ਦੋ ਮਸੀਹਾ ਹਨ। ਇੱਕ ਮਸੀਹਾ ਉਹ ਸੀ ਜਿਸ ਦੀ ਉਹਨਾਂ ਸੱਚਮੁੱਚ ਆਸ ਕੀਤੀ ਅਤੇ ਉਸ ਵਿੱਚ ਵਿਸ਼ਵਾਸ ਕੀਤਾ ਸੀ ਜੋ ਆਉਣ ਵਾਲਾ ਸੀ ਅਤੇ ਰਾਜ ਸਥਾਪਿਤ ਕਰਨ ਜਾ ਰਿਹਾ ਸੀ। ਅਤੇ ਫਿਰ ਇਹ ਯਸ਼ਾਇਆ ਨਬੀ ਦੀ ਪੁਸਤਕ ਵਾਲਾ ਮਸੀਹਾ ਸੀ ਜੋ ਕਿ ਦੁੱਖ ਝੱਲਣ ਵਾਲਾ ਦਾਸ ਸੀ। ਇਸ ਤਰ੍ਹਾਂ ਜਦੋਂ ਫਿਲਿਪਸ ਇਸ ਜਵਾਨ ਖੋਜੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਦ ਉਹ ਉਸ ਨੂੰ ਇਹ ਸਮਝਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮਸੀਹੇ ਦੋ ਨਹੀਂ ਸਨ, ਉਹ ਤਾਂ ਸਿਰਫ ਇੱਕੋ ਹੀ ਸੀ। ਉਹ ਮਸੀਹਾ ਜਿਸ ਨੂੰ ਤੁਸੀਂ ਭਾਲ ਰਹੇ ਹੋ ਉਹ ਯਿਸੂ ਹੈ ਅਤੇ ਉਹ ਪਹਿਲਾਂ ਹੀ ਆ ਚੁੱਕਾ ਹੈ ਅਤੇ ਉਹ ਮਰ ਚੁੱਕਾ ਹੈ। ਉਹੀ ਹੈ ਜੋ ਕੱਟਿਆ ਗਿਆ ਸੀ ਅਤੇ ਉਹੀ ਹੈ ਜੋ ਤੁਹਾਡੀ ਮੁਕਤੀ ਲਈ ਆਇਆ ਸੀ ਅਤੇ ਉਹ ਤੁਹਾਡਾ ਮਸੀਹਾ ਹੈ। ਮੁਕਤੀਦਾਤਾ ਉੱਤੇ ਧਿਆਨ ਕੇਂਦਰਿਤ ਕਰਨਾ। 8:35 ਵਚਨ ਬਾਈਬਲ ਬਾਣੀ ਆਖਦੀ ਹੈ ਕਿ ਉਸ ਦੇ ਵਚਨਾਂ ਨੂੰ ਬਿਆਨ ਕਰਨ ਤੋਂ ਬਾਅਦ 30 ਔਰ 34 ਐਤ ਜੋ ਲਿਖਤ ਤੋਂ ਤੋੜੀਆਂ ਮੜੋੜੀਆਂ ਗਈਆਂ ਸਨ ਉਸ ਨੇ ਆਪਣਾ ਧਿਆਨ ਮੁਕਤੀਦਾਤਾ ਉੱਤੇ ਕੇਂਦਰਿਤ ਕੀਤਾ ਸੀ। 35 ਐਤ ਉੱਤੇ ਗੌਰ ਕਰੋ। ਤਦ ਫਿਲਿਪਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ। ਹੁਣ ਇਹ ਕੈਫਾ ਲਗਾਉਣ ਵਾਲਾ ਰੋਚਕ ਹੈ ਜੋ ਕਿ ਖੋਜੇ ਨੇ ਪਹਿਲਾਂ ਹੀ ਪੜ੍ਹਿਆ ਸੀ। ਇਸ ਭਾਗ ਕੋਲ ਆਉਣ ਤੋਂ ਪਹਿਲਾਂ ਮੈਨੂੰ ਕੁਝ ਵੀ ਪਤਾ ਨਹੀਂ ਕਿ ਉਹ ਕੀ ਜਾਣਦਾ ਸੀ, ਪਰ ਅਸਲ ਵਿੱਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਫਿਲਿਪਸ ਨੇ ਖੁਦ ਇਸ ਮੌਕੇ ਨੂੰ ਲਿਆ ਅਤੇ ਬਾਣੀ ਦੇ ਜਿਸ ਭਾਗ ਨੂੰ ਉਹ ਪੜ੍ਹ ਰਿਹਾ ਸੀ ਉਸ ਤੋਂ ਸ਼ੁਰੂ ਕਰਕੇ ਉਸ ਨੇ ਯਿਸੂ ਦਾ ਪ੍ਰਚਾਰ ਕੀਤਾ ਸੀ। ਪ੍ਰਚਾਰਕ C.H. ਸਪਿਰਜਨ ਇਹ ਆਖਦੇ ਹੁੰਦੇ ਸੀ ਕਿ ਉਸ ਦੇ ਮਨ ਭਾਊ ਕੰਮਾਂ ਵਿੱਚੋਂ ਇੱਕ ਬਾਈਬਲ ਬਾਣੀ ਦੇ ਕਿਸੇ ਵੀ ਭਾਗ ਵਿੱਚੋਂ ਆਰੰਭ ਕਰਕੇ ਇਸ ਨੂੰ ਯਿਸੂ ਵੱਲ ਲਿਜਾਣਾ ਹੁੰਦਾ ਸੀ। ਉਹ ਚਾਹੇ ਕਿਸੇ ਸਥਾਨ ਤੋਂ ਵੀ ਬਾਈਬਲ ਖੋਲੇ ਪਰ ਉਹ ਇਸ ਦਾ ਅੰਤ ਯਿਸੂ ਨਾਲ ਹੀ ਕਰਦਾ ਹੁੰਦਾ ਸੀ। ਆਪ ਆਖਦੇ ਹੋ ਕਿ ਇਹ ਤਾਂ ਇੱਕ ਕਿਸਮ ਦੀ ਬੇਈਮਾਨਦਾਰੀ ਹੈ। ਨਹੀਂ, ਇਹ ਨਹੀਂ ਹੈ ਕਿਉਂਕਿ ਸਮੁੱਚੀ ਬਾਈਬਲ ਸ਼ੁਰੂ ਤੋਂ ਅੰਤ ਇੱਕ ਕਿਰਮਚੀ ਧਾਗੇ ਨਾਲ ਲਿਖੀ ਗਈ ਹੈ। ਆਪ ਬਾਈਬਲ ਨੂੰ ਕਿਧਰੋਂ ਵੀ ਖੋਲ ਸਕਦੇ ਹੋ ਅਤੇ ਜੇਕਰ ਆਪ ਸਾਵਧਾਨ ਹੋ ਤਦ ਆਪ ਇਸ ਦਾ ਸੰਬੰਧ ਯਿਸੂ ਮਸੀਹ ਨਾਲ ਲੱਭ ਸਕਦੇ ਹੋ। ਪੁਰਾਣੇ ਨੇਮ ਵਿੱਚ ਉਸ ਨੇ ਪਹਿਲਾਂ ਹੀ ਇਹ ਦੱਸ ਚੁੱਕਾ ਹੈ ਕਿ ਨਵੇਂ ਨੇਮ ਵਿੱਚ ਆਪ ਕੋਲ ਉਸ ਦਾ ਇਤਿਹਾਸ ਹੈ ਅਤੇ ਇਸ ਦਾ ਕੀ ਉਸ ਨੇ ਕੀ ਕੀਤਾ ਹੈ। ਪੱਤਰੀਆਂ ਵਿੱਚ ਆਪ ਕੋਲ ਉਸ ਦੇ ਦੇਹਧਾਰੀ ਹੋਣ ਅਤੇ ਉਸ ਦੇ ਸਲੀਬ ਉੱਤੇ ਜਾਣ ਦੀ ਵਿਆਖਿਆ ਹੈ। ਆਪ ਬਾਈਬਲ ਨੂੰ ਕਿਸੇ ਸਫ਼ੇ ਤੋਂ ਵੀ ਖੋਲੋ। ਜੇਕਰ ਯਿਸੂ ਆਪ ਦੇ ਦਿਲ ਵਿੱਚ ਹੈ ਤਦ ਆਪ ਯਿਸੂ ਨੂੰ ਬਾਈਬਲ ਦੀਆਂ ਲਿਖਤਾਂ ਵਿੱਚ ਲੱਭ ਲਵੋਗੇ। ਇੱਥੇ ਫਿਲਿਪਸ ਇਸ ਮਨੁੱਖ ਨੂੰ ਦੱਸਦਾ, ਸਿੱਖਿਆ ਦਿੰਦਾ ਅਤੇ ਸਾਖੀ ਦੇ ਰਿਹਾ ਹੈ ਅਤੇ ਇਹ ਮਨੁੱਖ ਸੁਣਦਾ, ਸਿੱਖਦਾ ਅਤੇ ਯਿਸੂ ਨੂੰ ਜਾਣਨ ਦੀ ਇੱਛਾ ਰੱਖ ਰਿਹਾ ਸੀ। ਇਹੋ ਹੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਜਦੋਂ ਪਵਿੱਤਰ ਆਤਮਾ ਸਾਡੀਆਂ ਪ੍ਰਚਾਰ ਦੀਆਂ ਕੋਸ਼ਿਸ਼ਾਂ ਦੇ ਨਿਰਦੇਸ਼ਕ ਕਰ ਰਿਹਾ ਹੋਵੇ, ਖੁਸ਼ਖਬਰੀ ਨੂੰ ਕਬੂਲਣ ਲਈ ਸੱਦਾ। 8:36 ਤੋਂ ਲੈ ਕੇ 40 ਵਚਨ ਤੱਕ ਹੁਣ ਗੌਰ ਕਰੋ। ਆਰੰਭ ਤੋਂ ਕੀ ਵਾਪਰ ਚੁੱਕਾ ਹੈ। ਸਰਬ ਸ਼ਕਤੀਮਾਨ ਪਰਮੇਸ਼ਰ ਫਿਲਿਪਸ ਨੂੰ ਇੱਕ ਖਾਸ ਸਥਾਨ ਨੂੰ ਜਾਣ ਲਈ ਆਖ ਚੁੱਕਾ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਉਸ ਨੇ ਇਸ ਦੀ ਧੁਨ ਬਣਾ ਰੱਖੀ ਹੈ ਤਾਂ ਕਿ ਇਹ ਖੋਜਾ ਉਸ ਖਾਸ ਸਥਾਨ ਉੱਤੇ ਹੋਵੇ। ਉਸ ਨੇ ਖੋਜੇ ਨੂੰ ਵਚਨ ਪੜ੍ਹਦੇ ਪਾਇਆ ਸੀ। ਉਸ ਨੇ ਤਾਂ ਖੋਜੇ ਨੂੰ ਸਵਾਲ ਪੁੱਛਦਿਆਂ ਪਾਈ ਸੀ ਜਿਸ ਨੂੰ ਪੁੱਛਣ ਲਈ ਫਿਲਿਪਸ ਨੂੰ ਕਾਫੀ ਸਮਾਂ ਲਗਾਉਣਾ ਪੈਣਾ ਸੀ। ਉਸ ਨੇ ਇਸ ਸਭ ਨੂੰ ਤੈਅ ਕੀਤਾ ਹੋਇਆ ਸੀ। ਜਦੋਂ
ਦਰਵਾਜ਼ੇ ਪਰਮੇਸ਼ਰ ਦੇ ਦੁਆਰਾ ਖੋਲ੍ਹੇ ਜਾਂਦੇ ਹਨ ਤਾਂ ਉਹ ਇਹਨਾਂ ਜ਼ਿਆਦਾ ਚੌੜੇ ਕੀਤੇ ਜਾਂਦੇ ਹਨ ਕਿ ਭਾਵੇਂ ਵੱਡਾ ਟਰੱਕ ਹੋਵੇ ਅਤੇ ਆਪ ਵੀ ਉਸ ਵਿੱਚੋਂ ਗੁਜ਼ਰ ਸਕਦੇ ਹੋ। ਕਿ ਆਪ ਨੇ ਇਹ ਜਾਣਿਆ ਹੈ, ਆਪ ਨੂੰ ਦਰਵਾਜ਼ਾ ਨਹੀਂ ਖੋਲ੍ਹਣਾ ਚਾਹੀਦਾ। ਮੈਂ ਸੱਚਮੁੱਚ ਇਹ ਵਿਸ਼ਵਾਸ ਕਰਦਾ ਹਾਂ ਕਿ ਇੱਕ ਸਮੱਸਿਆ ਜੋ ਅਸੀਂ ਅੱਜ ਗਵਾਹੀ ਦੇਣ ਵਿੱਚ ਪਾਉਂਦੇ ਹਾਂ ਉਹ ਹੈ, ਅਸੀਂ ਇਹ ਸੋਚਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਸ ਨੂੰ ਕਰਨਾ ਹੀ ਹੈ। ਉਹ ਸਭ ਸਾਨੂੰ ਕਰਨਾ ਪੈਣਾ ਹੈ। ਉਹ ਤਾਂ ਇਹੋ ਹੀ ਹੈ ਕਿ ਅਸੀਂ ਪਰਮੇਸ਼ਰ ਨੂੰ ਆਖੀਏ ਕਿ ਉਹ ਸਾਨੂੰ ਉਹਨਾਂ ਮੌਕਿਆਂ ਦੇ ਪ੍ਰਤੀ ਭਾਵੁਕ ਬਣਾਏ ਜੋ ਉਹ ਸਾਡੇ ਮਾਰਗ ਵਿੱਚ ਲਿਆ ਕੇ ਰੱਖਦਾ ਹੈ, ਅਤੇ ਪਰਮੇਸ਼ਰ ਆਪ ਦੇ ਮਾਰਗ ਵਿੱਚ ਕੁਝ ਅਦਭੁਤ ਮੌਕਾ ਲਿਆਵੇਗਾ। ਗਵਾਹੀ ਦੇਣਾ ਗਲੀਆਂ ਵਿੱਚ ਲੋਕਾਂ ਨੂੰ ਘੇਰਨਾ ਨਹੀਂ ਹੁੰਦਾ, ਉਹਨਾਂ ਨੂੰ ਕਿਸੇ ਖੂੰਜੇ ਜਾ ਕੇ ਉਹਨਾਂ ਦੇ ਗਲੇ ਵਿੱਚ ਕਿਸੇ ਪਰਚੇ ਨੂੰ ਉਤਾਰਨਾ ਨਹੀਂ ਹੁੰਦਾ। ਇਹ ਤਾਂ ਪਰਮੇਸ਼ਰ ਨੂੰ ਇਹ ਆਖਣਾ ਹੁੰਦਾ ਹੈ ਕਿ ਜੋ ਮੌਕਾ ਉਹ ਆਪ ਲਈ ਲਿਆਉਂਦਾ ਹੈ ਉਹਨਾਂ ਦੇ ਪ੍ਰਤੀ ਆਪ ਨੂੰ ਭਾਵੁਕ ਬਣਾਏ, ਅਤੇ ਫਿਰ ਇਸ ਲਈ ਤਿਆਰ ਰਹਿਣਾ ਹੈ ਕਿ ਜਦੋਂ ਕਿਸੇ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਮਿਲੇ ਤਾਂ ਖੁਸ਼ਖਬਰੀ ਦਾ ਅਰਥ ਦੱਸ ਸਕੋ। ਵਿਸ਼ਵਾਸ ਦੀ ਜਵਾਬਦੇਹੀ 8 ਅਧਿਆਇ 36 ਤੋਂ ਲੈ ਕੇ 37 ਵਚਨ। ਬਾਈਬਲ ਬਾਣੀ 36 ਐਤ ਵਿੱਚ ਆਖਦੀ ਹੈ ਖੁਸ਼ਖਬਰੀ ਨੂੰ ਕਬੂਲ ਕਰਨ ਦੇ ਸੱਦੇ ਬਾਰੇ। 36 ਤੋਂ 40 ਐਤਾਂ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਤੀਸਰਾ ਭਾਗ ਹੈ, ਅਤੇ ਪਹਿਲੀ ਗੱਲ ਜੋ ਬੀਤਦੀ ਹੈ ਉਹ ਇਹ ਹੈ ਵਿਸ਼ਵਾਸ ਦੀ ਜਵਾਬਦੇਹੀ। 36 ਅਤੇ 37 ਐਤਾਂ ਬਾਰੇ ਗੌਰ ਕਰੋ। ਇੱਥੇ ਲਿਖਿਆ ਹੈ, ਤੇ ਉਹ ਰਾਹ ਤੇ ਜਾਂਦੇ ਜਾਂਦੇ ਇੱਕ ਪਾਣੀ ਦੇ ਕੋਲ ਉਪੜੇ ਤਾਂ ਉਹ ਖੋਜੇ ਨੇ ਕਿਹਾ ਕਿ ਬੇਕ ਪਾਣੀ ਹੈਗਾ ਆ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ। ਤਦ ਫਿਲਿਪਸ ਨੇ ਆਖਿਆ, ਜੇਕਰ ਤੂੰ ਆਪਣੇ ਸਾਰੇ ਦਿਨ ਨਾਲ ਨੇਚਾ ਕਰੇ ਤਾਂ ਤੂੰ ਲੈ ਸਕਦਾ ਹੈ। ਅਤੇ ਉਸਨੇ ਉੱਤਰ ਦੇ ਕੇ ਆਖਿਆ, ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ। ਹੁਣ ਮੈਂ ਤਾਂ ਨਹੀਂ ਜਾਣਦਾ ਕਿ ਉਸ ਨੇ ਬਪਤਿਸਮਾ ਬਾਰੇ ਕਿਵੇਂ ਸਿੱਖਿਆ ਸੀ, ਕਿਉਂਕਿ ਇਸ ਸਮੇਂ ਤੋਂ ਪਹਿਲਾਂ ਇਸ ਬਾਰੇ ਕੁਝ ਵੀ ਦਰਜ ਨਹੀਂ ਹੈ। ਪਰ ਇਸ ਤਰ੍ਹਾਂ ਜਾਪਦਾ ਹੈ ਕਿ ਜਦੋਂ ਉਹ ਇਕੱਠੇ ਰੱਥ ਵਿੱਚ ਸਫ਼ਰ ਕਰਦੇ ਹਨ ਤਦ ਉਹ ਅਤੇ ਫਿਲਿਪਸ ਕਾਫੀ ਲੰਬਾ ਵਾਰਤਾਲਾਪ ਕਰ ਰਹੇ ਸਨ, ਅਤੇ ਉਹ ਜਾਣਦੇ ਸੀ ਕਿ ਜਦੋਂ ਲੋਕ ਹੋਰ ਧਰਮਾਂ ਵਿੱਚੋਂ ਯਹੂਦੀ ਬਣਦੇ ਹਨ ਤਦ ਇਸ ਵਿੱਚ ਇੱਕ ਬਪਤਿਸਮਾ ਹੁੰਦਾ ਸੀ, ਅਤੇ ਸ਼ਾਇਦ ਫਿਲਿਪਸ ਦੇ ਹੱਥ ਉਸ ਨੂੰ ਬਪਤਿਸਮਾ ਬਾਰੇ ਦੱਸਣ ਦਾ ਇੱਕ ਮੌਕਾ ਹੱਥ ਲੱਗ ਗਿਆ ਸੀ। ਇਸ ਤਰ੍ਹਾਂ ਜਦੋਂ ਇਹ ਸਭ ਉਸ ਦੇ ਦਿਮਾਗ ਵਿੱਚ ਬੈਠਾ ਜਾਂਦਾ ਸੀ ਅਤੇ ਉਹ ਖੁਸ਼ਖਬਰੀ ਨੂੰ ਸਮਝ ਲੈਂਦਾ ਹੈ, ਤਦ ਬਾਈਬਲ ਆਖਦੀ ਹੈ ਕਿ ਉਹ ਰੱਥ ਢੁਕਵੇਂ ਸਮੇਂ ਦੇ ਪਾਣੀ ਵਾਲੀ ਥਾਂ ਕੋਲ ਪਹੁੰਚ ਜਾਂਦਾ ਹੈ। ਹੁਣ ਮੈਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਰੇਗਿਸਤਾਨ ਵਿੱਚ ਪਾਣੀ ਵਾਲੇ ਜ਼ਿਆਦਾ ਸਥਾਨ ਨਹੀਂ ਹੁੰਦੇ। ਇਹ ਸਭ ਅਦਭੁਤ ਤਰੀਕੇ ਨਾਲ ਬਰਪਨ ਦਿੱਤਾ ਸੀ। ਉੱਥੇ ਇੱਕ ਖਾਸ ਸਥਾਨ ਸੀ ਅਤੇ ਉਹ ਕਿਸੇ ਪਾਣੀ ਦੇ ਕੋਲ ਆਏ, ਅਤੇ ਜਦੋਂ ਉਹ ਉੱਥੇ ਪਾਣੀ ਕੋਲ ਉਪੜੇ ਉਸ ਖੋਜੇ ਨੇ ਫਿਲਿਪਸ ਨੂੰ ਆਖਿਆ ਕਿ ਇਸ ਦਾ ਕੋਈ ਕਾਰਨ ਹੈ ਜਿਸ ਕਰਕੇ ਮੈਨੂੰ ਬਪਤਿਸਮਾ ਨਹੀਂ ਦਿੱਤਾ ਜਾ ਸਕਦਾ। ਅਤੇ ਫਿਲਿਪਸ ਨੇ ਉਸ ਤਰ੍ਹਾਂ ਉੱਤਰ ਦਿੱਤਾ ਜਿਸ ਤਰ੍ਹਾਂ ਹਰੇਕ ਨੇ ਉੱਤਰ ਦੇਣਾ ਚਾਹੀਦਾ ਹੈ। ਜੇਕਰ ਕੋਈ ਆਖੇ ਕਿ ਮੈਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ, ਉਸ ਦਾ ਉੱਤਰ ਸੀ ਕਿ ਜੇਕਰ ਤੂੰ ਵਿਸ਼ਵਾਸ ਕਰਦਾ ਹੈ ਕਿ ਯਿਸੂ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੈ ਅਤੇ ਤੂੰ ਇੱਕ ਮਸੀਹ ਹੈ, ਤਦ ਤੈਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ। ਇਹ ਵਿਸ਼ਵਾਸੀ ਦੇ ਬਪਤਿਸਮੇ ਦੀ ਇੱਕ ਉਦਾਹਰਨ ਮਿਲਦੀ ਹੈ। ਫਿਲਿਪਸ ਨੇ ਉਸ ਨੂੰ ਬਪਤਿਸਮਾ ਲਿਆ ਹੋਇਆ ਬਣਨ ਦੀ ਆਗਿਆ ਦੇਣ ਤੋਂ ਪਹਿਲਾਂ ਇਸ ਮਨੁੱਖ ਨੂੰ ਇਹ ਨਿਰਧਾਰਿਤ ਕਰਨ ਲਈ ਸਵਾਲ ਕੀਤਾ ਕਿ ਉਹ ਇੱਕ ਵਿਸ਼ਵਾਸੀ ਸੀ ਜਾਂ ਨਹੀਂ। ਮੈਂ ਜਾਣਦਾ ਹਾਂ ਕਿ ਕੁਝ ਕਲੀਸਿਆ ਇਹ ਸਿੱਖਿਆ ਦਿੰਦੀਆਂ ਹਨ ਜਦੋਂ ਆਪ ਇੱਕ ਛੋਟੇ ਬਾਲਕ ਹੁੰਦੇ ਹੋ ਤਦ ਆਪ ਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ, ਅਤੇ ਮੈਂ ਉਹਨਾਂ ਨਾਲ ਨਵੇਂ ਨੇਮ ਇਸ ਨਮੂਨੇ ਦੇ ਇਲਾਵਾ ਹੋਰ ਕੋਈ ਦਲੀਲ ਬਾਜੀ ਨਹੀਂ ਕਰਦਾ ਜੋ ਕਿ ਵਿਸ਼ਵਾਸੀਆਂ ਲਈ ਹੀ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਮਸੀਹ ਨੂੰ ਕਬੂਲ ਕਰ ਚੁੱਕੇ ਹਨ। ਉਹ ਸਵਾਲ ਜੋ ਫਿਲਿਪਸ ਨੇ ਪੁੱਛਿਆ ਸੀ ਉਹ ਇੱਕ ਜਾਇਜ਼ ਸਵਾਲ ਹੈ, ਕੀ ਆਪ ਵਿਸ਼ਵਾਸ ਕਰਦੇ ਹੋ? ਅਤੇ ਉਸ ਨੇ ਆਖਿਆ, ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ। ਫਿਲਿਪਸ ਨੇ ਆਖਿਆ, ਠੀਕ ਹੈ, ਤਦ ਆਪ ਬਪਤਿਸਮਾ ਲਈ ਤਿਆਰ ਕੀਤੇ ਗਏ ਹੋ। ਆਪ ਬਪਤਿਸਮੇ ਦੀ ਕਲਾਸ ਪਾਸ ਕਰ ਚੁੱਕੇ ਹੋ ਅਤੇ ਹੁਣ ਬਪਤਿਸਮਾ ਲੈਣਾ ਬਿਲਕੁਲ ਠੀਕ ਹੀ ਹੈ। ਅਤੇ ਜਿਉਂ ਹੀ ਉਹ ਪਾਣੀ ਕੋਲ ਉਪੜੇ, ਫਿਲਿਪਸ ਆਪਣੇ ਮਨ ਫਿਰਾਏ ਹੋਏ ਵਿਅਕਤੀ ਨੂੰ ਬਪਤਿਸਮਾ ਦੇਣ ਦਾ ਅਦਭੁਤ ਮੌਕਾ ਪ੍ਰਾਪਤ ਕਰਨ ਜਾ ਰਿਹਾ ਹੈ। ਹੁਣ ਕੀ ਇਹ ਰੋਚਕ ਗੱਲ ਨਹੀਂ ਹੈ ਕਿ ਆਪਣੇ ਸਾਰੇ ਜੀਵਨ ਪਰ ਇਹ ਹਬਸ਼ੀ ਖੋਜਾ ਇਸ ਘੜੀ ਦੇ ਲਈ ਤਿਆਰ ਕੀਤਾ ਜਾਂਦਾ ਆ ਰਿਹਾ ਸੀ। ਉਸ ਦੀ ਸਿੱਖਿਆ, ਹੁਣ ਧਿਆਨਪੂਰਵਕ ਇਸ ਉੱਤੇ ਗੌਰ ਕਰੋ, ਉਸ ਦੀ ਸਿੱਖਿਆ ਨੇ ਉਸ ਨੂੰ ਪੜ੍ਹਨ ਦੇ ਯੋਗ ਬਣਾਇਆ ਸੀ। ਉਸ ਜ਼ਮਾਨੇ ਵਿੱਚ ਹਰ ਕੋਈ ਨਹੀਂ ਸੀ ਪੜ੍ਹ ਸਕਦਾ। ਉਸ ਦੇ ਵਜ਼ੀਫੇ ਨੇ ਉਸ ਨੂੰ ਬਾਈਬਲ ਦੀ ਭਾਸ਼ਾ ਪੜ੍ਹਨ ਦੇ ਯੋਗ ਬਣਾਇਆ ਸੀ। ਸ਼ਾਇਦ ਅਰਮੀ ਭਾਸ਼ਾ ਨੂੰ ਉਸ ਦੇ ਉੱਚੇ ਅਹੁਦੇ ਨੂੰ ਉਸ ਲਈ ਯਰੂਸ਼ਲਮ ਨੂੰ ਜਾਣ ਲਈ ਸੰਭਵ ਬਣਾਇਆ ਸੀ। 1200 ਮੀਲ ਦਾ ਸਫ਼ਰ ਉਸ ਸਮੇਂ ਹਰ ਕੋਈ ਨਹੀਂ ਸੀ ਕਰ ਸਕਦਾ। ਉਸ ਦੇ ਧਨ ਨੇ ਉਸ ਲਈ ਪੋਥੀ ਖਰੀਦਣ ਸੰਭਵ ਬਣਾਈ ਸੀ ਤਾਂ ਕਿ ਉਹ ਇਸ ਨੂੰ ਪੜ੍ਹ ਸਕੇ। ਯਹੂਦੀ ਮਤ ਵਿੱਚ ਉਸ ਦੀ ਰੁਚੀ ਨੇ ਉਸ ਨੂੰ ਉਸ ਸ਼ਹਿਰ ਤੋਂ ਜਿੱਥੇ ਉਹ ਰਹਿੰਦਾ ਸੀ ਉੱਥੇ ਯਰੂਸ਼ਲਮ ਦੇ ਥਾਂ ਨੂੰ ਜਾਣ ਲਈ ਖਿੱਚਿਆ ਸੀ ਜਿੱਥੇ ਯਹੂਦੀ ਮਤ ਕੇਂਦਰਿਤ ਸੀ।
ਯਹੂਦੀ ਮਤ ਵਿੱਚ ਉਸ ਦੀ ਗਹਿਰੀ ਨਿਰਾਸ਼ਾ ਨੇ ਜਦੋਂ ਕਿ ਉਹ ਉਸ ਸ਼ਹਿਰ ਤੋਂ ਵਾਪਸ ਆ ਰਿਹਾ ਸੀ, ਉਸ ਨੂੰ ਖੋਜਣ ਵਿੱਚ ਲਗਾਈ ਰੱਖਿਆ ਸੀ ਅਤੇ ਉਹ ਇਸ ਕੋਸ਼ਿਸ਼ ਕਰਦਾ ਰਿਹਾ ਕਿ ਇਸ ਸਵਾਲ ਦਾ ਉੱਤਰ ਕੀ ਸੀ। ਜੇਕਰ ਆਪ ਇਸ ਉੱਤੇ ਗੌਰ ਕਰੋ ਤਾਂ ਇਸ ਮਨੁੱਖ ਦੇ ਜੀਵਨ ਵਿੱਚ ਕੁਝ ਵੀ ਅਜਿਹਾ ਨਹੀਂ ਗਿਆ। ਇਸ ਸਥਿਤੀ ਬਾਰੇ ਸਭ ਕੁਝ ਪਰਮੇਸ਼ਰ ਵੱਲੋਂ ਹੀ ਹੈ ਅਤੇ ਇਹ ਸਭ ਦੀ ਧੁਨ ਉਸ ਨੂੰ ਇਸ ਥਾਂ ਉੱਤੇ ਲਿਆਉਣ ਲਈ ਪਰਮੇਸ਼ਰ ਦੀ ਸਰਵਉੱਚ ਯੋਜਨਾ ਦੁਆਰਾ ਹੀ ਤਿਆਰ ਕੀਤੀ ਗਈ ਹੈ, ਜਿੱਥੇ ਕਿ ਉਹ ਖੁਸ਼ਖਬਰੀ ਦੇ ਸੰਦੇਸ਼ ਨੂੰ ਪ੍ਰਾਪਤ ਕਰਨ ਜਾ ਰਿਹਾ ਹੈ ਅਤੇ ਬਪਤਿਸਮਾ ਲੈਣ ਲਈ ਪੁੱਛਣ ਜਾ ਰਿਹਾ ਹੈ। ਉਸ ਦੇ ਵਿਸ਼ਵਾਸ ਦੀ ਜਵਾਬਦੇਹੀ, ਬਪਤਿਸਮੇ ਦੀ ਜਵਾਬਦੇਹੀ 8 ਅਧਿਆਇ 38 ਵਚਨ ਅਤੇ ਫਿਰ 38 ਐਤ ਵਿੱਚ ਸਾਡੇ ਕੋਲ ਬਪਤਿਸਮੇ ਦੀ ਜਵਾਬਦੇਹੀ ਹੈ। ਗੌਰ ਕਰੋ ਜੋ ਕਿ ਇਹ ਆਖਦਾ ਹੈ, ਤਦ ਉਸ ਨੇ ਰੱਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਫਿਲਿਪਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਹਨਾਂ ਉਸ ਨੂੰ ਬਪਤਿਸਮਾ ਦਿੱਤਾ ਅਤੇ ਉਹ ਦੋਵੇਂ ਪਾਣੀ ਵਿੱਚ ਉਤਰੇ ਅਤੇ ਫਿਲਿਪਸ ਨੇ ਖੋਜੇ ਨੂੰ ਬਪਤਿਸਮਾ ਦਿੱਤਾ। ਅਤੇ ਇੱਥੇ ਕੀ ਆਖਿਆ ਗਿਆ ਹੈ? ਉਹ ਪਾਣੀ ਵਿੱਚ ਉਤਰੇ। ਇਹ ਬੜੀ ਰੋਚਕ ਗੱਲ ਤੇ ਬਪਤਿਸਮਾ ਉੱਥੇ ਦਿੱਤਾ ਗਿਆ ਸੀ ਜਿੱਥੇ ਬਹੁਤ ਪਾਣੀ ਸੀ ਅਤੇ ਬਚਨ ਦਾ ਇਹ ਭਾਗ ਆਪਣੇ ਨੋਟ ਕਰਨ ਵਾਲੀਆਂ ਕਾਪੀਆਂ ਵਿੱਚ ਲਿਖਣ ਲਈ ਅੱਛਾ ਹੈ। ਜਦੋਂ ਆਪ ਨੂੰ ਕੋਈ ਇਹ ਪੁੱਛੇ ਕਿ ਆਪ ਡੁਬਕੀ ਦੇ ਦੁਆਰਾ ਬਪਤਿਸਮਾ ਕਿਉਂ ਦਿੰਦੇ ਹੋ, ਇਸ ਦਾ ਅਭਿਆਸ ਸਿਰਫ ਖੋਜੇ ਦੇ ਮਨ ਫਿਰੋਅ ਬਾਰੇ ਹੀ ਧਿਆਨਪੂਰਵਕ ਕਾਫੀ ਪੁੱਛ-ਦੱਸ ਕਰਨ ਤੋਂ ਬਾਅਦ ਹੀ ਕੀਤਾ ਗਿਆ ਸੀ ਅਤੇ ਇਹ ਡੁਬਕੀ ਦੇ ਦੁਆਰਾ ਦਿੱਤਾ ਗਿਆ ਸੀ ਕਿਉਂਕਿ ਉਹ ਦੋਵੇਂ ਪਾਣੀ ਵਿੱਚ ਉਤਰੇ ਸਨ। ਅਤੇ ਇੱਕ ਹੋਰ ਗੱਲ ਕਿ ਬਪਤਿਸਮੇ ਲਈ ਇਸਤੇਮਾਲ ਕੀਤੇ ਯੂਨਾਨੀ ਭਾਸ਼ਾ ਦੇ ਸ਼ਬਦ ਬੈਪਟੈਜੋ ਦਾ ਅਰਥ ਡੁਬਕੀ ਲਗਾਉਣ ਦਾ ਡੁਬੋਣਾ ਹੀ ਹੁੰਦਾ ਹੈ ਅਤੇ ਮੈਂ ਨਹੀਂ ਜਾਣਦਾ ਕਿ ਜੇਕਰ ਆਪ ਇਹ ਵਿਸ਼ਵਾਸ ਕਰਦੇ ਹੋ ਕਿ ਬਪਤਿਸਮਾ ਕਿਸੇ ਹੋਰ ਨਾਲ ਹੁੰਦਾ ਤਦ ਆਪ ਕੀ ਕਰਦੇ। ਹੁਣ ਅਸੀਂ ਇਸ ਉੱਤੇ ਗੌਰ ਕਰਾਂਗੇ। ਕੋਈ ਝਗੜਾ ਨਹੀਂ ਕਰਦੇ, ਪਰ ਲੋਕ ਇਸ ਕਲੀਸਿਆ ਦੇ ਉਦੋਂ ਤੱਕ ਮੈਂਬਰ ਨਹੀਂ ਬਣਦੇ ਜਦੋਂ ਤੱਕ ਉਹ ਡੁਬਕੀ ਦੁਆਰਾ ਬਪਤਿਸਮਾ ਲੈਣ ਦਾ ਚਾਹਵਾਨ ਨਹੀਂ ਹੁੰਦੇ ਅਤੇ ਇਸ ਦਾ ਕਾਰਨ ਇਹੋ ਹੀ ਹੈ ਕਿ ਅਸੀਂ ਉਸ ਵਿੱਚੋਂ ਵਿਸ਼ਵਾਸ ਕਰਦੇ ਹਾਂ ਜੋ ਬਾਈਬਲ ਸਾਨੂੰ ਸਿਖਾਉਂਦੀ ਹੈ। ਆਮੀਨ। ਅਤੇ ਸਾਡੇ ਬਪਤਿਸਮੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਅਤੇ ਜੇਕਰ ਆਪ ਦੇ ਬਾਲਕ ਹੋਣ ਵਕਤ ਆਪ ਨੂੰ ਬਪਤਿਸਮਾ ਦਿੱਤਾ ਗਿਆ ਸੀ ਜਾਂ ਫਿਰ ਆਪ ਨੂੰ ਛਿੱਟਾ ਦਿੱਤਾ ਗਿਆ ਸੀ, ਤਦ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਇਹ ਗਲਤ ਸੀ। ਪਰ ਜੇਕਰ ਆਪ ਵਿਸ਼ਵਾਸੀ ਦੀ ਦੇਹ ਦੀ ਏਕਤਾ ਦਾ ਇੱਕ ਹਿੱਸਾ ਹੋਣਾ ਚਾਹੁੰਦੇ ਹੋ ਤਦ ਆਪ ਨੂੰ ਡੁਬਕੀ ਦੁਆਰਾ ਹੀ ਬਪਤਿਸਮਾ ਦਿੱਤਾ ਜਾਵੇਗਾ। ਨਵੇਂ ਨੇਮ ਦਾ ਨਮੂਨਾ ਇਹੋ ਹੀ ਹੈ। ਆਪ ਗੌਰ ਕਰੋ ਕਿ ਬਪਤਿਸਮਾ ਇੱਕ ਅੰਦਰੂਨੀ ਅਨੁਭਵ ਦਾ ਬਾਹਰੀ ਪ੍ਰਗਟਾਵਾ ਹੈ। ਇਸੇ ਕਰਕੇ ਮੁਕਤੀ ਤੋਂ ਪਹਿਲਾਂ ਬਪਤਿਸਮਾ ਲੈਣਾ ਅਰਥਪੂਰਨ ਨਹੀਂ ਹੁੰਦਾ। ਬਪਤਿਸਮਾ ਕਿਸੇ ਉਸ ਕੰਮ ਦਾ ਬਾਹਰੀ ਪ੍ਰਗਟਾਵਾ ਹੁੰਦਾ ਹੈ ਜੋ ਪਹਿਲਾਂ ਹੀ ਅੰਦਰ ਵਾਪਰ ਚੁੱਕਾ ਹੈ। ਜਦੋਂ ਆਪ ਬਚਾਏ ਗਏ ਤਦ ਬਾਈਬਲ ਬਾਣੀ ਕੀ ਆਖਦੀ ਹੈ? ਬਾਈਬਲ ਬਾਣੀ ਆਖਦੀ ਹੈ ਜਦੋਂ ਤੁਸੀਂ ਬਚਾਏ ਗਏ ਹੋ ਤਦ ਇਹ ਵਾਪਰਦਾ ਹੈ। ਆ ਮਸੀਹ ਦੇ ਨਾਲ ਬਪਤਿਸਮੇ ਵਿੱਚ ਦਫਨਾਏ ਗਏ ਅਤੇ ਸੰਦੀਪਕ ਜਿਉਣ ਲਈ ਦੁਆਰਾ ਜੀ ਉੱਠੇ ਹੋ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਸਭ ਕੁਝ ਨਵਾਂ ਹੋ ਗਿਆ। ਆਪ ਦੀ ਮੁਕਤੀ ਤੁਹਾਡੇ ਪੁਰਾਣੇ ਜੀਵਨ ਨੂੰ ਦਫਨਾਏ ਜਾਣ ਦੀ ਤਸਵੀਰ ਹੈ ਅਤੇ ਯਿਸੂ ਮਸੀਹ ਵਿੱਚ ਤੁਹਾਡੇ ਨਵੇਂ ਜੀਵਨ ਨੂੰ ਆਤਮਿਕ ਤੌਰ ਤੇ ਦੁਆਰਾ ਜੀ ਉੱਠਣ ਵਜੋਂ ਦਰਸਾਇਆ ਗਿਆ ਹੈ। ਇਸ ਤਰ੍ਹਾਂ ਜਦੋਂ ਕੋਈ ਬਪਤਿਸਮੇ ਦੇ ਪਾਣੀ ਵਿੱਚ ਖੜਾ ਹੁੰਦਾ ਹੈ ਅਤੇ ਉਹਨਾਂ ਨੂੰ ਬਪਤਿਸਮਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਪਾਣੀ ਦੇ ਹੇਠਾਂ ਡੁਬੋਇਆ ਜਾਂਦਾ ਹੈ, ਤਦ ਇਹ ਮਸੀਹ ਦੇ ਨਾਲ ਉਹਨਾਂ ਦੇ ਪੁਰਾਣੇ ਜੀਵਨ ਨੂੰ ਦਫਨਾਏ ਜਾਣ ਦੀ ਇੱਕ ਤਸਵੀਰ ਹੁੰਦੀ ਹੈ ਅਤੇ ਇਹ ਉਹਨਾਂ ਦੇ ਨਵੇਂ ਜੀਵਨ ਦੀ ਇੱਕ ਤਸਵੀਰ ਹੈ ਅਤੇ ਹੁਣ ਨਵੇਂ ਸਿਰੋਂ ਜੀ ਕੇ ਉਹਨਾਂ ਨਵੇਂ ਅਤੇ ਭਿੰਨ ਹੋਣ ਜਾ ਰਹੇ ਹਨ। ਇਹ ਉਸ ਕਰਕੇ ਹੈ ਜੋ ਕੁਝ ਉਹਨਾਂ ਦੇ ਜੀਵਨ ਵਿੱਚ ਵਾਪਰ ਚੁੱਕਾ ਹੈ। ਇਹ ਸਭ ਬਪਤਿਸਮਾ ਨਹੀਂ ਕਰਦਾ। ਬਪਤਿਸਮਾ ਉਸ ਦੀ ਤਸਵੀਰ ਹੈ ਜੋ ਪਹਿਲਾਂ ਹੀ ਉਹਨਾਂ ਦੇ ਦਿਲ ਦੇ ਅੰਦਰ ਵਾਪਰ ਚੁੱਕਾ ਹੈ। ਇਸ ਕਰਕੇ ਮੁਕਤੀ ਤੋਂ ਪਹਿਲਾਂ ਬਪਤਿਸਮਾ ਲੈਣਾ ਅਰਥਪੂਰਨ ਨਹੀਂ ਹੁੰਦਾ ਕਿਉਂਕਿ ਇਹ ਤਾਂ ਉਸ ਅਨੁਭਵ ਤੋਂ ਪਹਿਲਾਂ ਬਪਤਿਸਮਾ ਲੈਣਾ ਹੈ ਜਿਸ ਦਾ ਚਿੰਨ੍ਹ ਇਸ ਨੂੰ ਹੋਣਾ ਚਾਹੀਦਾ ਹੈ। ਹੁਣ ਮੈਂ ਆਪ ਨੂੰ ਆਪਣੇ ਅਨੁਭਵ ਬਾਰੇ ਦੱਸਾਂਗਾ। ਮੈਂ ਇੱਕ ਪਾਸਵਾਨ ਦੇ ਘਰ ਵਿੱਚ ਵੱਡਾ ਹੋਇਆ ਸੀ ਜਿੱਥੇ ਕਿ ਮੇਰਾ ਭਾਵ ਹੈ ਮੇਰਾ ਪਿਤਾ ਹਰ ਸੇਵਾ ਵਿੱਚ ਇੱਕ ਸੱਦਾ ਦਿੰਦਾ ਹੁੰਦਾ ਸੀ, ਐਤਵਾਰ ਸਵੇਰੇ, ਐਤਵਾਰ ਰਾਤ ਅਤੇ ਬੁੱਧਵਾਰ ਰਾਤ ਨੂੰ। ਅਤੇ ਮੇਰਾ ਭਾਵ ਇਹ ਹੈ ਕਿ ਹਰ ਸਾਲ ਸਾਡੇ ਕੋਲ ਪ੍ਰਚਾਰਕ ਆਉਂਦੇ ਸਨ 2 ਜਾਂ 3 ਵਾਰ ਅਤੇ ਉਹ ਬਹੁਤ ਮਜ਼ਬੂਤ ਸੱਦੇ ਦਿੰਦੇ ਸਨ ਅਤੇ ਜੇਕਰ ਆਪ ਉਸ ਪਰਿਵਾਰ ਵਿੱਚੋਂ ਵੱਡੇ ਹੁੰਦੇ ਜਿਸ ਵਿੱਚ ਮੈਂ ਵੱਡਾ ਹੋਇਆ ਸੀ, ਆਪ ਨੂੰ ਜਾਣ ਲੈਣਾ ਸੀ ਕਿ ਆਪ ਲਈ ਮਹੱਤਵਪੂਰਨ ਕੰਮ ਜਦੋਂ ਵੀ ਸੱਦਾ ਦਿੱਤਾ ਜਾਵੇ ਉਦੋਂ ਅੱਗੇ ਜਾ ਕੇ ਸਭ ਆਪਣੇ ਜੀਵਨ ਵਿੱਚ ਠੀਕ ਠਾਕ ਕਰਨਾ ਹੁੰਦਾ ਸੀ। ਇਸ ਤਰ੍ਹਾਂ ਜਦੋਂ ਮੈਂ 4 ਜਾਂ 5 ਸਾਲਾਂ ਦਾ ਸੀ ਮੈਂ ਅੱਗੇ ਗਿਆ ਤੇ ਮੈਨੂੰ ਬਪਤਿਸਮਾ ਦਿੱਤਾ ਗਿਆ। ਪਰ ਜਦੋਂ ਮੈਂ 13 ਸਾਲਾਂ ਦਾ ਹੋਇਆ ਤਦ ਮੈਂ ਜਾਣ ਲਿਆ ਕਿ ਮੈਂ ਉਹ ਸਭ ਆਪਣੇ ਜੀਵਨ ਵਿੱਚ ਸੱਚਮੁੱਚ ਅਰਥਪੂਰਨ ਤਰੀਕੇ ਨਾਲ ਨਹੀਂ ਸੀ ਸਮਝਿਆ। ਮੈਂ ਨਹੀਂ ਸੀ ਸਮਝਿਆ ਜੋ ਕੁਝ ਮੈਂ ਕਰ ਚੁੱਕਾ ਸੀ। ਮੈਂ ਤਾਂ ਇੱਕ ਪਰਿਵਾਰਿਕ ਰੀਤ ਦੇ ਪਿੱਛੇ ਚੱਲਦਾ ਰਿਹਾ ਬਿਨਾਂ ਅਸਲ ਵਿੱਚ ਨਿੱਜੀ ਤੌਰ ਤੇ ਸਮਝਦਿਆਂ
ਕਿ ਮਸੀਹ ਉੱਤੇ ਭਰੋਸਾ ਰੱਖਣ ਦਾ ਕੀ ਅਰਥ ਹੁੰਦਾ ਹੈ। ਇਸ ਕਰਕੇ ਜਦੋਂ ਮੈਂ 13 ਸਾਲਾਂ ਦਾ ਹੋਇਆ ਤਦ ਮੈਂ ਅਸਲ ਵਿੱਚ ਇਹ ਸਮਝ ਸਕਿਆ ਸੀ ਕਿ ਮੈਂ ਸੱਚਮੁੱਚ ਨਵਾਂ ਜਨਮ ਪਾ ਲਿਆ ਸੀ। ਹੁਣ ਹੋ ਸਕਦਾ ਹੈ ਕੋਈ ਆਖੇ ਠੀਕ ਹੈ, ਹੋ ਸਕਦਾ ਹੈ ਕਿ ਜਦੋਂ ਤੂੰ 5 ਸਾਲਾਂ ਦਾ ਸੀ ਉਦੋਂ ਆਪ ਦਾ ਸੱਚਮੁੱਚ ਨਵਾਂ ਜਨਮ ਹੋ ਚੁੱਕਾ ਸੀ। ਪਰ ਮੈਂ ਜਾਣਦਾ ਹਾਂ ਕਿ ਜਦੋਂ ਮੈਂ ਆਪਣੀ ਮੁਕਤੀ ਵੱਲ ਪਿੱਛੇ ਝਾਤੀ ਮਾਰਦਾ ਹਾਂ, ਮੈਂ ਆਖਦਾ ਹਾਂ ਕਿ ਜਦੋਂ ਮੈਂ 13 ਸਾਲਾਂ ਦਾ ਸੀ ਉਦੋਂ ਇਹ ਵਾਪਰਿਆ ਸੀ, ਕਿਉਂਕਿ ਮੈਂ ਉਦੋਂ ਹੀ ਇਸ ਨੂੰ ਵਿਅਕਤੀਗਤ ਤੌਰ ਤੇ ਸਮਝਿਆ ਸੀ। ਇਹ ਉਹ ਨਹੀਂ ਸੀ ਕਿ ਜੋ ਮੇਰੇ ਮਾਪਿਆਂ ਦੇ ਚਾਹਿਆ ਸੀ ਕਿ ਮੈਂ ਕਰਾਂ, ਇਹ ਤਾਂ ਉਸ ਬਾਰੇ ਸੀ ਜੋ ਯਿਸੂ ਮੇਰੇ ਜੀਵਨ ਵਿੱਚ ਕਰ ਚੁੱਕਾ ਸੀ। ਹੁਣ ਜਦੋਂ ਮੈਂ ਇੱਕ 13 ਸਾਲਾਂ ਦਾ ਹੋਣ ਵਜੋਂ ਬਚਾਇਆ ਗਿਆ ਸੀ ਤਦ ਮੈਂ ਜਾਣ ਲਿਆ ਹੁਣ ਉਹ ਬਪਤਿਸਮਾ ਜੋ ਮੈਨੂੰ ਛੋਟੇ ਬਚਾਏ ਹੁੰਦਿਆਂ ਦਿੱਤਾ ਗਿਆ ਸੀ ਉਸ ਦਾ ਕੋਈ ਅਰਥ ਨਹੀਂ ਸੀ, ਕਿਉਂਕਿ ਉਦੋਂ ਮੈਂ ਸੱਚਮੁੱਚ ਇੱਕ ਮਸੀਹੀ ਨਹੀਂ ਸੀ। ਮੈਂ ਤਾਂ ਇੱਕੋ ਹੀ ਰੋਜ਼ ਦੀ ਰੀਤ ਵਜੋਂ ਇੱਕ ਕਿਰਿਆ ਵਿੱਚ ਗੁਜ਼ਰਿਆ ਸੀ, ਪਰ ਇਸ ਦਾ ਕੋਈ ਅਰਥ ਨਹੀਂ ਸੀ। ਇਸ ਤਰ੍ਹਾਂ ਮੈਂ ਘਬਰਾ ਗਿਆ ਸੀ। ਮੈਂ ਜਾਣ ਲਿਆ ਸੀ ਕਿ ਮੈਨੂੰ ਬਪਤਿਸਮਾ ਲੈਣ ਦੀ ਜ਼ਰੂਰਤ ਸੀ। ਮੈਨੂੰ 2 ਵਾਰ ਬਪਤਿਸਮਾ ਦਿੱਤਾ ਗਿਆ ਸੀ। ਮੈਂ ਨਹੀਂ ਜਾਣਦਾ ਜੇਕਰ ਇਹ ਆਪ ਨੂੰ ਉਤਸ਼ਾਹਿਤ ਕਰਦਾ ਹੈ ਜਾਂ ਨਹੀਂ, ਪਰ ਮੈਂ ਉਤਸ਼ਾਹਿਤ ਹੋ ਚੁੱਕਾ ਹਾਂ। ਮੈਨੂੰ ਸੱਚਮੁੱਚ ਬਪਤਿਸਮਾ ਦਿੱਤਾ ਗਿਆ ਹੈ। ਮੈਨੂੰ 2 ਵਾਰ ਬਪਤਿਸਮਾ ਦਿੱਤਾ ਗਿਆ ਹੈ। ਮੈਂ ਇੱਕ ਬੈਪਟਿਸਟ ਪ੍ਰਚਾਰਕ ਤੋਂ ਇਲਾਵਾ ਹੋਰ ਕੁਝ ਕਿਵੇਂ ਹੋ ਸਕਦਾ ਹਾਂ? ਪਰ ਉਹ ਮੁੱਖ ਗੱਲ ਜੋ ਮੈਂ ਆਪ ਨੂੰ ਦੱਸਣੀ ਚਾਹੁੰਦਾ ਹਾਂ ਉਹ ਇਹ ਹੈ ਕਿ ਮੇਰਾ ਬਪਤਿਸਮੇ ਨੂੰ ਸੱਚਮੁੱਚ ਅਰਥਪੂਰਨ ਹੋਣ ਲਈ ਮੇਰੇ ਮਨ ਫਿਰੌਤ ਤੋਂ ਬਾਅਦ ਹੋਣਾ ਚਾਹੀਦਾ ਹੈ, ਅਤੇ ਇਹੀ ਹੈ ਜੋ ਆਪ ਇੱਥੇ ਵੇਖ ਰਹੇ ਹੋ। ਹਬਸ਼ੀ ਖੋਜੇ ਨੂੰ ਇਸ ਕਰਕੇ ਬਪਤਿਸਮਾ ਦਿੱਤਾ ਗਿਆ ਹੈ ਕਿਉਂਕਿ ਉਹ ਸੱਚਮੁੱਚ ਵਿਸ਼ਵਾਸ ਕਰ ਚੁੱਕਾ ਹੈ ਅਤੇ ਉਸ ਦੀ ਪਛਾਣ ਮਸੀਹ ਨਾਲ ਹੋ ਚੁੱਕੀ ਹੈ। ਉਹ ਮੌਤ ਤੋਂ ਪਾਰ ਹੋ ਕੇ ਜਿਉਣ ਵਿੱਚ ਪਹੁੰਚ ਚੁੱਕਾ ਹੈ। ਵਰਤਾਓ ਦੀ ਜਵਾਬਦੇਹੀ 8 ਅਧਿਆਇ 39-40 ਵਚਨ। ਹੁਣ ਗੌਰ ਕਰੋ, ਇੱਥੇ ਆਖਰੀ ਚੀਜ਼ ਸਿਰਫ ਉਸ ਦੀ ਜਵਾਬਦੇਹੀ ਅਤੇ ਉਸ ਦੇ ਬਪਤਿਸਮੇ ਦੀ ਜਵਾਬਦੇਹੀ ਨਹੀਂ, ਪਰੰਤੂ ਇਹ ਤਾਂ ਤੀਸਰੀ ਗੱਲ ਉਸ ਦੇ ਵਰਤਾਓ ਦੀ ਜਵਾਬਦੇਹੀ ਹੈ। 39 ਐਤ ਦੇ ਵਚਨ ਹਨ, ਔਰ ਜਾਂ ਉਹ ਪਾਣੀ ਵਿੱਚ ਨਿਕਲ ਕੇ ਆਏ ਤਾਂ ਪ੍ਰਭੂ ਦਾ ਆਤਮਾ ਫਿਲਿਪਸ ਨੂੰ ਫੜ ਲੈ ਗਿਆ ਅਤੇ ਖੋਜੇ ਨੇ ਉਹਨੂੰ ਫਿਰ ਨਾ ਵੇਖਿਆ, ਕਿਉਂ ਜੋ ਆਨੰਦ ਨਾਲ ਉਹ ਆਪਣੇ ਰਾਹ ਚਲਾ ਗਿਆ। ਇਹ ਉਹਨਾਂ ਸਬੂਤਾਂ ਵਿੱਚੋਂ ਇੱਕ ਹੈ ਕਿ ਇਹ ਖੋਜਾ ਨਿਸ਼ਚਿਤ ਤੌਰ ਤੇ ਬਚਾਇਆ ਗਿਆ ਸੀ। ਉਹ ਨਿਰਾਸ਼ਾ ਨਾਲ ਭਰਿਆ ਹੋਇਆ ਕੁਝ ਉਤਰਾਂ ਨੂੰ ਪਾਲ ਰਿਹਾ ਸੀ ਅਤੇ ਉਸ ਨੇ ਇਸ ਬਹੁਤ ਕੋਸ਼ਿਸ਼ ਕੀਤੀ ਸੀ। ਆਪ ਨੂੰ ਪਤਾ ਹੈ ਕਿ ਉਸ ਕੋਲ ਕਿਹੋ ਜਿਹੇ ਸਰੋਤ ਸਨ। ਸ਼ਾਇਦ ਉਹ ਆਪਣੇ ਜੀਵਨ ਵਿੱਚ ਇਸ ਦਾ ਅਰਥ ਲੱਭਣ ਲਈ ਕੋਸ਼ਿਸ਼ ਕਰਦਿਆਂ ਬਹੁਤ ਸਾਰੇ ਕੰਮਾਂ ਵਿੱਚ ਖੁੱਭ ਚੁੱਕਾ ਸੀ। ਉਸ ਨੇ ਇਹ 1200 ਮੀਲ ਦੀ ਯਾਤਰਾ ਯਰੂਸ਼ਲਮ ਤੱਕ ਇਹ ਪਾਲਣ ਲਈ ਕੋਸ਼ਿਸ਼ ਕਰਦਿਆਂ ਕੀਤੀ ਸੀ। ਯਹੂਦੀ ਮਤ ਇਸ ਉੱਤਰ ਦੀ ਸੀ ਅਤੇ ਆਪਣੇ ਘਰ ਵਾਪਸ ਆਉਂਦਿਆਂ ਉਹ ਯਿਸੂ ਨੂੰ ਮਿਲਿਆ ਸੀ ਅਤੇ ਆਪਣੇ ਬਪਤਿਸਮੇ ਤੋਂ ਬਾਅਦ ਉਹ ਬਹੁਤ ਹੀ ਉਤੇਜਿਤ ਹੋ ਚੁੱਕਾ ਸੀ ਅਤੇ ਬਾਣੀ ਸਾਨੂੰ ਦੱਸਦੀ ਹੈ ਕਿ ਉਹ ਬਪਤਿਸਮਾ ਲੈਣ ਤੋਂ ਬਾਅਦ ਆਨੰਦ ਕਰਦਾ ਹੋਇਆ ਨਿਕਲਿਆ ਸੀ। ਅਤੇ ਮੈਂ ਕਦੇ-ਕਦੇ ਇਸ ਨੂੰ ਇੱਥੇ ਵਾਪਰਦਾ ਵੇਖ ਚੁੱਕਾ ਹਾਂ ਕਿ ਆਪ ਨੇ ਵੇਖਿਆ ਹੈ। ਅਸੀਂ ਕਈ ਵਾਰ ਲੋਕਾਂ ਨੂੰ ਆਪਣੇ ਹੱਥ ਹਵਾ ਵਿੱਚ ਉੱਪਰ ਚੁੱਕਦੇ ਹੋਇਆ ਜਾਂ ਹਾਲੇਲੂਇਆ ਦੇ ਨਾਅਰੇ ਮਾਰਦਿਆਂ ਪਾਣੀ ਵਿੱਚੋਂ ਬਾਹਰ ਆਉਂਦੇ ਵੇਖ ਚੁੱਕੇ ਹਾਂ। ਇਹ ਹਰੇਕ ਨੂੰ ਮਰਨ ਤੋਂ ਡਰਾ ਦਿੰਦਾ ਹੈ, ਪਰ ਇਹ ਤਾਂ ਇੱਕ ਅਦਭੁਤ ਕੰਮ ਹੈ ਕਿਉਂਕਿ ਇਹ ਇਸ ਦਾ ਇੱਕ ਸਬੂਤ ਹੈ ਕਿ ਕੁਝ ਸੱਚਮੁੱਚ ਅਸਲ ਉਹਨਾਂ ਦੇ ਦਿਲ ਵਿੱਚ ਵਾਪਰ ਚੁੱਕਾ ਹੈ। ਅਤੇ ਜਦੋਂ ਆਪ ਇਸ ਤਜਰਬੇ ਨੂੰ ਤੱਕਦੇ ਹੋ ਤਦ ਆਪ ਨੂੰ ਆਖਣਾ ਪੈਣਾ ਹੈ, ਫਿਲਿਪਸ ਲਈ ਇਹ ਦਿਨ ਕਿੰਨਾ ਮਹਿਮਾਮਈ ਰਿਹਾ ਹੋਵੇਗਾ। ਆਪ ਜਾਣਦੇ ਹੋ ਕਿ ਫਿਲਿਪਸ ਜਿਸ ਨੂੰ ਉਜਾੜ ਨੂੰ ਜਾਣ ਲਈ ਆਪਣੀ ਵਰਤਮਾਨ ਪ੍ਰਚਾਰ ਸੇਵਾ ਨੂੰ ਵੰਡਿਆ ਸੀ ਤਾਂ ਕਿ ਉਹ ਇੱਕ ਵਿਅਕਤੀ ਨੂੰ ਪ੍ਰਚਾਰ ਕਰੇ, ਅਤੇ ਪਰਮੇਸ਼ਰ ਨੇ ਉਸ ਇੱਕ ਮਨੁੱਖ ਨੂੰ ਸੱਚਮੁੱਚ ਚਮਤਕਾਰੀ ਢੰਗ ਨਾਲ ਨਵਾਂ ਜਨਮ ਦਿੰਦਾ ਹੈ। ਕੌਣ ਜਾਣਦਾ ਹੈ ਕਿ ਜਦੋਂ ਇਹ ਹਬਸ਼ ਦੇਸ਼ ਦਾ ਦਿੱਤਾ ਮੰਤਰੀ ਵਾਪਸ ਹਬਸ਼ ਨੂੰ ਗਿਆ ਤਦ ਉਸ ਨੇ ਦੂਸਰਿਆਂ ਉੱਤੇ ਕੀ ਪ੍ਰਭਾਵ ਪਾਇਆ ਸੀ। ਕੁਝ ਨਿਰਪੱਖ ਰਿਪੋਰਟਾਂ ਦੱਸਦੀਆਂ ਹਨ ਕਿ ਉਹ ਬਾਅਦ ਵਿੱਚ ਹਬਸ਼ ਦੀ ਕਲੀਸਿਆ ਦਾ ਬਿਸ਼ਪ ਬਣਿਆ ਸੀ। ਬਾਈਬਲ ਬਾਣੀ ਵਿੱਚ ਤਾਂ ਇਸ ਬਾਰੇ ਕੋਈ ਵਚਨ ਨਹੀਂ ਹੈ, ਪਰ ਨਿਰਪੱਖ ਲਿਖਤਾਂ ਵਿੱਚ ਆਪ ਇਹ ਪਾਓਗੇ ਪਰਮੇਸ਼ਰ ਨੇ ਫਿਲਿਪਸ ਨੂੰ ਇੱਕ ਮਨੁੱਖ ਵਾਸਤੇ ਔਜ਼ਾਰ ਵਜੋਂ ਇਸਤੇਮਾਲ ਕੀਤਾ ਸੀ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ। ਇਸ ਵਿਰਾਦ ਵਿੱਚ ਅਸੀਂ ਕੀ ਹਾਸਲ ਕਰ ਸਕਦੇ ਹਾਂ? ਅਸੀਂ ਹੁਣ ਇਸ ਕਹਾਣੀ ਨੂੰ ਦੱਸ ਚੁੱਕੇ ਹਾਂ ਕਿ ਇਹ ਕਹਾਣੀ ਦੱਸਣੀ ਆਸਾਨ ਹੈ। ਆਪ ਇਸ ਨੂੰ ਲਗਾਤਾਰ ਵਚਨ ਵਿੱਚ ਸਮਝ ਸਕਦੇ ਹੋ, ਤਾਂ ਮੈਂ ਤਾਂ ਇਸ ਬਾਰੇ ਕੁਝ ਕੁ ਵਿਚਾਰ ਵੀ ਆਪ ਨਾਲ ਸਾਂਝੇ ਕਰਦਾ ਹਾਂ। ਹੁਣ ਕਿਉਂਕਿ ਅਸੀਂ ਇਸ ਕਹਾਣੀ ਨੂੰ ਮਿਲ ਕੇ ਪੜ੍ਹਿਆ ਹੈ, ਮੈਂ ਆਪ ਨੂੰ ਕੁਝ ਕੁ ਗੱਲਾਂ ਦੱਸ ਦੇਣ ਤੋਂ ਨਹੀਂ ਚੁੱਕਦਾ। ਅਸੀਂ ਆਪਣੇ ਨਾਲ ਘਰ ਲਿਜਾ ਸਕਦੇ ਹਾਂ। ਖੁਸ਼ਖਬਰੀ ਦਾ ਰਲਿਆ ਮਿਲਿਆ ਸੁਭਾਅ। ਸਭ ਤੋਂ ਪਹਿਲਾਂ ਇਹ ਕਹਾਣੀ ਸਾਨੂੰ ਖੁਸ਼ਖਬਰੀ ਦੇ ਰਲੇ ਮਿਲੇ ਸੁਭਾਅ ਬਾਰੇ ਦੱਸੇਗੀ। ਕੀ ਇਹ ਰੋਚਕ ਨਹੀਂ ਹੈ ਕਿ ਨਾ ਕੋਈ ਵੀ ਚੀਜ਼, ਨਾ ਜਾਤ, ਨਾ ਸਰੀਰ ਦੀ ਘਾਟ ਜਾਂ ਫਸਲਾਂ ਯਿਸੂ ਦੀ ਖੁਸ਼ਖਬਰੀ ਦੀ ਪਹੁੰਚ ਤੋਂ ਕਿਸੇ ਵਿਅਕਤੀ ਨੂੰ ਪਰੇ ਕਰ ਸਕਦਾ ਹੈ। ਹੁਣ ਗੌਰ ਕਰਨ ਨਾਲ ਧਿਆਨ ਦੇਵੋ। ਆਪ ਬਸ ਇਸ ਨੂੰ ਲਿਖ ਲਵੋ ਅਤੇ ਆਪ ਵਾਪਸ ਜਾ ਕੇ ਬਾਅਦ ਵਿੱਚ
ਇਸ ਨੂੰ ਲੈ ਸਕਦੇ ਹੋ। 8 ਅਧਿਆਇ ਵਿੱਚ ਸਾਡੇ ਵਾਸਤੇ ਹਬਸ਼ੀ ਦੇ ਮਨ ਫਿਰਾਉਣ ਨੂੰ ਦਰਜ ਕੀਤਾ ਗਿਆ ਹੈ। ਹਬਸ਼ੀ ਲੋਕ ਇਸ ਜਾਤੀ ਪਰਿਵਾਰ ਦੇ ਕਾਲੇ ਮੈਂਬਰ ਸਨ। ਉਹ ਨੂਹ ਦੇ ਪੁੱਤਰਾਂ ਵਿੱਚੋਂ ਇੱਕ ਹਾਮ ਦੀ ਮੁੱਲ ਵਿੱਚੋਂ ਇੱਕ ਨਿਕਲੇ ਸਨ। 9 ਅਧਿਆਇ ਵਿੱਚ ਅਸੀਂ ਤਰਸਿਸ ਦੇ ਸੌਲ ਦੇ ਮਨ ਫਿਰਾਉਣ ਨੂੰ ਪਾਉਂਦੇ ਹਾਂ। ਉਹ ਇੱਕ ਯਹੂਦੀ ਸੀ ਜੋ ਸ਼ੇਮ ਦੇ ਘਰਾਣੇ ਦੀ ਜਾਤੀ ਦਾ ਇੱਕ ਪ੍ਰਤੀਨਿਧੀ ਸੀ। 10 ਅਧਿਆਇ ਵਿੱਚ ਅਸੀਂ ਕੁਰਨੀਲੀਅਸ ਦੇ ਮਨ ਫਿਰਾਉਣ ਨੂੰ ਪਾਉਂਦੇ ਹਾਂ ਜੋ ਇੱਕ ਰੋਮੀ ਸੂਬੇਦਾਰ ਅਤੇ ਜਾਫੇ ਦੇ ਘਰਾਣੇ ਦੀ ਜਾਤੀ ਦਾ ਇੱਕ ਪ੍ਰਤੀਨਿਧੀ ਸੀ। ਹੁਣ ਇਹ 3 ਮਹਾਨ ਜਾਤੀਆਂ ਦੇ ਘਰਾਣੇ ਪਰਮੇਸ਼ਰ ਦੇ ਘਰਾਣੇ ਵਿੱਚ ਇੱਕ ਕੀਤੇ ਗਏ ਹਨ। 8, 9 ਅਤੇ 10 ਅਧਿਆਏ ਵਿੱਚ ਹਰੇਕ ਦਾ ਆਰੰਭ ਕਿਸੇ ਇੱਕ ਦੇ ਮਨ ਫਿਰਾਉਣ ਨਾਲ ਆਰੰਭ ਹੁੰਦਾ ਹੈ ਜੋ ਕਿ ਕਿਸੇ ਭਿੰਨ ਜਾਤੀ ਦੀ ਪ੍ਰਤੀਕਿਰਤਾ ਕਰਦਾ ਹੈ। ਮੈਂ ਆਪ ਨੂੰ ਕੁਝ ਦੱਸ ਦਵਾਂ, ਮੈਨੂੰ ਉਹ ਬਹੁਤ ਪਸੰਦ ਹੈ ਜੋ ਕਿ ਜਿਸ ਸਮੇਲ ਨੇ ਹਮੇਸ਼ਾ ਹੀ ਸਾਡੇ ਕੋਲ ਹੁੰਦਿਆਂ ਸਾਨੂੰ ਸਿਖਾਇਆ ਸੀ। ਪਰਮੇਸ਼ਰ ਕੋਲ ਸਿਰਫ ਇੱਕੋ ਹੀ ਘਰਾਨਾ ਹੈ। ਉਸ ਦਾ ਕੋਈ ਯਹੂਦੀ ਘਰਾਨਾ ਨਹੀਂ ਹੈ, ਉਸ ਦਾ ਕੋਈ ਅਫਰੀਕੀ ਘਰਾਨਾ ਨਹੀਂ ਹੈ, ਉਸ ਦਾ ਕੋਈ ਵੀ ਹੋਰ ਘਰਾਨਾ ਨਹੀਂ ਹੈ। ਉਸ ਦਾ ਇੱਕ ਹੀ ਘਰਾਨਾ ਹੈ ਅਤੇ ਕੋਈ ਵੀ ਜੋ ਸੰਦੀਪਕ ਜਿਉਣ ਲਈ ਸਿਰਫ ਯਿਸੂ ਮਸੀਹ ਵਿੱਚ ਆਪਣੀ ਨੇਚਾ ਕਰਦੇ ਹਨ ਉਹ ਉਸ ਘਰਾਨੇ ਵਿੱਚ ਹੈ। ਇਹ ਖੁਸ਼ਖਬਰੀ ਹਰੇਕ ਵਾਸਤੇ ਹੈ। ਇਸ ਕਰਕੇ ਕਲੀਸਿਆ ਦੇ ਅੰਦਰ ਸਾਡਾ ਇੱਕ ਮਹਾਨ ਮਿਸ਼ਨਰੀ ਪ੍ਰੋਗਰਾਮ ਹੈ ਕਿਉਂਕਿ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਹਰੇਕ ਨੂੰ ਇਹ ਖੁਸ਼ਖਬਰੀ ਸੁਣਨ ਦੀ ਜ਼ਰੂਰਤ ਹੈ। ਉਹ ਭਾਵੇਂ ਕੋਈ ਵੀ ਹੋਣ ਜਾਂ ਫਿਰ ਉਹਨਾਂ ਦਾ ਕੋਈ ਵੀ ਪਿਛਕੋੜ ਕੁਝ ਵੀ ਕਿਉਂ ਨਾ ਹੋਵੇ, ਉਹਨਾਂ ਦੀ ਭਾਸ਼ਾ ਕੁਝ ਵੀ ਹੋਵੇ ਅਤੇ ਉਹਨਾਂ ਜਾਤੀ ਅਨੁਭਵ ਭਾਵੇਂ ਕੁਝ ਵੀ ਹੋਣ। ਇਹ ਖੁਸ਼ਖਬਰੀ ਸਾਰੇ ਜਗਤ ਲਈ ਹੈ। ਇਹ ਯਿਸੂ ਮਸੀਹ ਦੀ ਸਾਂਝੀ ਖੁਸ਼ਖਬਰੀ ਹੈ ਅਤੇ ਅਕਾਲ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਯਿਸੂ ਤੋਂ ਬਗੈਰ ਹੋਰ ਕੋਈ ਨਾਂ ਨਹੀਂ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਬਚਾਏ ਜਾਵਾਂਗੇ। ਉਹ ਰਾਹ, ਸੱਚਾਈ ਅਤੇ ਜੀਵਨ ਅਤੇ ਉਸ ਦੇ ਵਸੀਲੇ ਤੋਂ ਬਿਨਾਂ ਕੋਈ ਵੀ ਮਨੁੱਖ ਪਿਤਾ ਕੋਲ ਨਹੀਂ ਆ ਸਕਦਾ। ਇਸ ਕਰਕੇ ਖੁਸ਼ਖਬਰੀ ਵਾਸਤੇ ਹੈ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਡੀ ਅੱਜ ਦੀ ਸਿੱਖਿਆ ਵੀ ਬਪਤਿਸਮਾ ਦੇ ਉੱਤੇ ਹੀ ਆਧਾਰਿਤ ਸੀ। ਅੱਜ ਅਸੀਂ ਖੁਸ਼ਖਬਰੀ ਦੇ ਪ੍ਰਚਾਰ ਬਾਰੇ ਗੱਲਬਾਤ ਕਰ ਰਹੇ ਸੀ। ਅਸੀਂ ਆਪਣੇ ਅਧਿਐਨ ਦੇ ਵਿੱਚ ਵੇਖਿਆ ਕਿ ਸਾਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਵੇਲੇ ਕਿਸ ਤਰ੍ਹਾਂ ਦੂਜੇ ਲੋਕਾਂ ਅੱਗੇ ਯਿਸੂ ਮਸੀਹ ਨੂੰ ਪੇਸ਼ ਕਰਨਾ ਚਾਹੀਦਾ ਹੈ। ਕਿਸੇ ਵੀ ਮਸੀਹੀ ਵਿਅਕਤੀ ਦੇ ਲਈ ਬਪਤਿਸਮਾ ਦੇ ਬਾਰੇ ਸਹੀ ਜਾਣਕਾਰੀ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਬਪਤਿਸਮਾ ਦੇ ਬਾਰੇ ਜਾਣਨ ਦੇ ਲਈ ਅਸੀਂ ਰਸੂਲਾਂ ਦੇ ਕਰਤੱਵ ਉਸਦੇ 8 ਅਧਿਆਏ ਦੀ 26 ਆਇਤ ਤੋਂ ਲੈ ਕੇ 40 ਆਇਤ ਤੱਕ ਦੇ ਵਚਨਾਂ ਤੋਂ ਸਿੱਖਣਾ ਜਾਰੀ ਰੱਖਿਆ ਸੀ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਅੱਜ ਦੇ ਅਧਿਐਨ ਤੋਂ ਬਰਕਤ ਮਿਲੇ ਹੋਏਗੀ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਇੱਕ ਦੂਜੇ ਤੋਂ ਰੁਖਸਤ ਹੋਈਏ, ਆਓ ਆਪਾਂ ਪ੍ਰਾਰਥਨਾ ਕਰੀਏ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਮੌਕਾ ਬਖਸ਼ਿਆ ਕਿ ਇੱਕ ਵਾਰ ਫਿਰ ਤੋਂ ਅਸੀਂ ਤੁਹਾਡੇ ਚਰਨਾਂ 'ਚ ਆਈਏ ਔਰ ਪ੍ਰਭੂ ਜੀ ਉਹਨਾਂ ਸਾਰੀ ਮੁੱਢਲੀ ਗੱਲਾਂ ਨੂੰ ਸਿੱਖ ਸਕੀਏ ਜੋ ਕਿ ਕਿਸੇ ਵੀ ਮਸੀਹੀ ਦੇ ਵਿਸ਼ਵਾਸ ਵਾਸਤੇ ਬਹੁਤ ਜ਼ਰੂਰੀ ਹਨ। ਪਿਤਾ, ਅੱਜ ਅਸੀਂ ਬਪਤਿਸਮਾ ਦੇ ਵਿੱਚ ਖੁਸ਼ਖਬਰੀ ਦੇ ਪ੍ਰਚਾਰ ਬਾਰੇ ਜਾਣਿਆ। ਪ੍ਰਭੂ ਜੀ, ਅਸੀਂ ਇਹ ਜਾਣਿਆ ਕਿ ਖੁਸ਼ਖਬਰੀ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਜਾਂਦਾ ਉਸ 'ਚ ਤੁਹਾਨੂੰ ਪੇਸ਼ ਕਰਨਾ ਕਿੰਨਾ ਮਹੱਤਵਪੂਰਨ ਹੈ। ਪ੍ਰਭੂ ਜੀ, ਤੁਸੀਂ ਹਰ ਵੇਲੇ ਸਾਡੇ ਕੇਂਦਰ ਬਿੰਦੂ 'ਚ ਹੋ। ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ 'ਤੇ ਦਇਆ ਕੀਤੀ ਔਰ ਤੁਹਾਡੀ ਖੁਸ਼ਖਬਰੀ ਨੂੰ ਸੁਣ ਕੇ ਅਸੀਂ ਪ੍ਰਭੂ ਜੀ ਬਚਾਏ ਗਏ। ਹੋਣ ਦੇ ਪਿਤਾ ਪਰਮੇਸ਼ਰ, ਜਿਨ੍ਹਾਂ ਨੇ ਵੀ ਅੱਜ ਇਸ ਖੁਸ਼ਖਬਰੀ ਨੂੰ ਸੁਣਿਆ ਕਿ ਯਿਸੂ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਪਿਆਰ ਕਰਦੇ ਹੋ ਔਰ ਸਾਨੂੰ ਬਚਾਉਣਾ ਚਾਹੁੰਦੇ ਹੋ, ਸਾਨੂੰ ਮੁਕਤੀ ਦੇਣਾ ਚਾਹੁੰਦੇ ਹੋ ਔਰ ਸਾਨੂੰ ਬਪਤਿਸਮਾ ਦੇ ਬਾਰੇ ਸਪਸ਼ਟ ਕਰਨਾ ਚਾਹੁੰਦੇ ਹੋ। ਪਿਤਾ, ਇਹਨਾਂ ਸਾਰੀ ਗੱਲਾਂ ਲਈ ਅਸੀਂ ਤੁਹਾਡਾ ਧੰਨਵਾਦ ਦਿੰਦੇ ਹਾਂ ਔਰ ਇਸ ਪ੍ਰਾਰਥਨਾ ਨੂੰ ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।